ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਟਹਿਰੇ ਵਿੱਚ ਸਰਕਾਰਾਂ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਅੱਜ ਅਸੀਂ ਦੇਸ਼ ਅਤੇ ਪੰਜਾਬ ਵਿੱਚ ਵਾਪਰ ਰਹੀਆਂ ਵੱਖ-ਵੱਖ ਘਟਨਾਵਾਂ ਬਾਰੇ ਗੱਲ ਕਰਾਂਗੇ ਤੇ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਹੈਗੀ ਅਸੀਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਤੋਂ ਕਰਾਂਗੇ। ਅਸੀਂ ਜਾਣਨਾ ਚਾਹਾਂਗੇ ਵੀ ਕਿ ਜਿਹੜਾ ਬਜਟ ਸੈਸ਼ਨ ਦਾ ਅੱਜ ਦੂਜਾ ਦਿਨ ਰਿਹਾ ਵੀ ਕਿ ਇਸ ਬਜਟ ਸੈਸ਼ਨ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਹੈਗੇ ਮੁੱਦੇ ਉੱਠ ਰਹੇ ਨੇ, ਕੀ ਗੱਲਾਂ ਹੁਣ ਤੱਕ ਜਿਹੜੀਆਂ ਹੈਗੀਆਂ ਹੋ ਚੁੱਕੀਆਂ ਨੇ, ਅਸੀਂ ਜਾਣਨਾ ਚਾਹਾਂਗੇ। ਅਸਲ 'ਚ ਦੇਸ਼ ਦੇ ਵਿੱਚ ਇੱਕ ਮਾਹੌਲ ਹੈ, ਹੁਣ ਕਿਸਾਨ ਅੰਦੋਲਨ ਚੱਲ ਰਿਹਾ ਬੜੇ ਵੱਡੇ ਪੱਧਰ ਦੇ ਉੱਤੇ। ਇਸੇ ਕਰਕੇ ਵਿਧਾਨ ਸਭਾ ਦੇ ਵਿੱਚ ਵੀ ਕਿਸਾਨ ਦਾ ਮੁੱਦਾ ਉੱਠਣਾ ਸੁਭਾਵਿਕ ਚੀਜ਼ ਹੈ ਕਿ ਕਿਸਾਨੀ ਦੀ ਗੱਲ ਕੀਤੀ ਜਾਏ ਜੀ। ਅਤੇ ਇਸੇ ਲਈ ਇਹ ਹੈ ਅੱਜ ਕਾਫੀ ਵੱਡੇ ਪੱਧਰ 'ਤੇ ਜਿਹੜਾ ਅਕਾਲੀ ਦਲ ਨੇ ਆਪਣੇ ਤਰਫੋਂ ਉਠਾਇਆ ਕਿਸਾਨਾਂ ਦੀ ਖੁਦਕਸ਼ੀਆਂ ਦਾ ਮੁੱਦਾ, ਉਹਦੇ ਚਿੰਨ੍ਹ ਦੇ ਤੌਰ 'ਤੇ, ਉਹਦੇ ਸਿੰਬਲ ਦੇ ਤੌਰ 'ਤੇ ਉਹਨਾਂ ਨੇ ਲਿਆਂਦਾ ਜਿਹੜਾ ਦਸੂਹੇ ਨੇੜਲੇ ਪਿੰਡ ਦੇ ਦੋ, ਇੱਕ ਬਾਪ ਤੇ ਪੁੱਤ ਦੋਨਾਂ ਨੇ ਇੱਕੋ ਦਿਨ ਖੁਦਕਸ਼ੀ ਕੀਤੀ। ਖੁਦਕਸ਼ੀ ਨੋਟ ਲਿਖ ਕੇ ਖੁਦਕਸ਼ੀ ਨੋਟ ਲਿਖਿਆ ਗਿਆ ਜਿਹਦੇ 'ਚ ਕਰਜ਼ਾ ਮਾਫ ਨਾ ਹੋਣ ਕਰਕੇ ਵੀ ਇੱਕ ਗੱਲ ਸੀ ਅਤੇ 3 ਕਾਨੂੰਨ ਵੀ, ਦੋਨੇ ਗੱਲਾਂ ਉਹਦੇ 'ਚ ਸ਼ਾਮਲ ਸੀ। ਪਰ ਕਿਉਂਕਿ ਜਿਹੜੀ ਪੰਜਾਬ ਦੇ ਵਿੱਚ 2022 ਦੀ ਚੋਣ ਆ ਰਹੀ ਹੈ ਅਤੇ ਹੁਣ ਉਹ ਇੱਕ ਗੱਲ ਨੂੰ ਫੋਕਸ ਕਰਨਾ ਦੀ ਮਤਲਬ ਵਿਰੋਧੀ ਧਿਰ ਕੋਸ਼ਿਸ਼ ਕਰ ਰਹੀ ਹੈ ਕਿ ਇਹ ਹੈ ਅਸਲ 'ਚ ਖੁਦਕਸ਼ੀ ਦਾ ਮੁੱਦਾ। ਮਤਲਬ ਸਾਡੀ ਵਿਧਾਨ ਸਭਾ ਦੇ ਵਿੱਚ ਜਾਂ ਪਾਰਟੀਆਂ ਜਿਹੜੀਆਂ ਵੱਖ-ਵੱਖ ਟਾਈਪ ਦੇ ਕੰਮ ਕਰਦੀਆਂ ਨੇ, ਉਹ ਕੇਵਲ ਅਤੇ ਕੇਵਲ ਉਹਨੂੰ ਵੋਟ ਬੈਂਕ ਦੇ ਐਂਗਲ ਤੋਂ ਹੀ ਕਰਦੀਆਂ ਨੇ, ਗੰਭੀਰਤਾ ਨਹੀਂ ਦਿਖਾਈ ਦੇ ਰਹੀ। ਜੇ ਗੰਭੀਰਤਾ ਦਿਖਾਈ ਦਿੰਦੀ ਹੋਵੇ ਇਸ ਮੁੱਦੇ 'ਤੇ, ਇਸ ਦੇਸ਼ ਦੇ ਵਿੱਚ 2 ਚੀਜ਼ਾਂ ਹੋਈਆਂ ਨੇ। ਇੱਕ ਨੈਸ਼ਨਲ ਲੈਵਲ 'ਤੇ ਪਹਿਲੀ ਵਾਰ ਕਿਸਾਨਾਂ ਦੇ ਨਾਲ ਸੰਬੰਧਿਤ ਇੱਕ ਕਮਿਸ਼ਨ ਬਣਿਆ ਸੀ ਜਿਹਨੂੰ ਡਾਕਟਰ ਸਵਾਮੀਨਾਥਨ ਕਮਿਸ਼ਨ ਕਿਹਾ ਗਿਆ। ਅੱਜ ਤੱਕ ਪਾਰਲੀਮੈਂਟ ਦੇ ਵਿੱਚ ਯੂਪੀਏ ਦੀਆਂ ਸਰਕਾਰਾਂ ਵੀ ਰਹਿ ਗਈਆਂ 2006 ਤੋਂ, ਮਤਲਬ, ਅਤੇ ਬੀਜੇਪੀ ਦੀ ਵੀ ਦੂਜੀ ਵਾਰ ਸਰਕਾਰ ਹੈ। ਉਸ ਰਿਪੋਰਟ 'ਤੇ ਚਰਚਾ ਕਰਨ ਦੀ ਨਾ ਮੰਗ ਕਿਸੇ ਧਿਰ ਨੇ ਉਸ ਲੈਵਲ 'ਤੇ ਕੀਤੀ ਅਤੇ ਨਾ ਉਹਦੇ 'ਤੇ ਕੋਈ ਚਰਚਾ ਹੋਈ ਹੈ। ਹਾਲਾਂਕਿ ਕਿਸਾਨ ਮੂਵਮੈਂਟ ਸਾਰੀ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਕਰਦੀ ਆ ਰਹੀ ਹੈ। ਮਤਲਬ ਸਾਡੇ ਪਾਰਲੀਮੈਂਟ ਦੇ ਮੈਂਬਰ ਜਿਹੜੇ ਨੇ ਉਹ ਇੰਨੇ ਗੰਭੀਰ ਵੀ ਕਦੇ ਨਹੀਂ ਹੋਏ ਕਿ ਸਰਕਾਰ ਵੱਲੋਂ ਆਪ ਬਣਾਏ ਗਏ ਕਮਿਸ਼ਨ 'ਤੇ ਚਰਚਾ ਕਰਨ। ਘੱਟੋ ਘੱਟ ਇਹੀ ਹਾਲ ਪੰਜਾਬ ਦੀ ਵਿਧਾਨ ਸਭਾ ਦਾ। ਪੰਜਾਬ ਦੇ ਵਿੱਚ ਜਦੋਂ ਪਹਿਲਾਂ ਅਮਰਿੰਦਰ ਸਰਕਾਰ ਕਿਸਾਨਾਂ ਦਾ ਕਰਜ਼ਾ ਮਾਫੀ ਕਰਨ ਲਈ, ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਵੀ ਥੋੜ੍ਹੀ ਦੇਰ ਲਈ ਖੜ੍ਹ ਜਾਓ, ਆਪਣੀ ਸਰਕਾਰ ਆਉਣ ਵਾਲੀ ਹੈ, ਫਿਰ ਤੁਹਾਨੂੰ ਖੁਦਕਸ਼ੀ ਕਰਨ ਦੀ ਲੋੜ ਨਹੀਂ ਪਏਗੀ। ਕਰਜ਼ਾ ਮਾਫੀ ਦੀਆਂ ਸਕੀਮਾਂ ਸੀ, ਆਪਾਂ ਗੱਲ ਕੀਤੀ ਹੈ ਕਿ ਉਹਦੇ 'ਚੋਂ ਕਿੰਨਾ ਕੁ ਹੋਇਆ ਕਿੰਨਾ ਕੁ ਨਹੀਂ ਆ, ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਪਰ ਇਸ ਤੋਂ ਬਾਅਦ ਜਦੋਂ ਇਹ ਰੌਲਾ ਪਿਆ ਵਿਧਾਨ ਸਭਾ ਦੇ ਵਿੱਚ ਔਰ ਕਿ ਤੁਸੀਂ ਕਿੰਨਾ ਕਰਜ਼ਾ ਮਾਫ ਕਰੋਗੇ ਕਿੰਨਾ, ਤਾਂ ਪੰਜਾਬ ਦੀ ਸਰਕਾਰ ਨੇ ਇੱਕ ਕਮੇਟੀ ਬਣਾਈ। CACP ਦੇ ਇੱਕ ਚੇਅਰਮੈਨ ਹੁੰਦੇ ਸੀ ਹੱਕ, ਖੇਤੀ ਅਰਥ ਸ਼ਾਸਤਰੀ, ਉਹਨਾਂ ਦੀ ਅਗਵਾਈ 'ਚ ਕਮੇਟੀ ਬਣਾਈ ਕਿ ਇੰਨੇ ਕੁ ਸਾਧਨ ਨੇ ਅਤੇ ਸਾਧਨ ਕਿੱਥੋਂ ਲਿਆਂਦੇ ਜਾਣ ਅਤੇ ਅਸੀਂ ਕਿਵੇਂ ਇਹ 'ਚ ਕਰੀਏ। ਹੱਕ ਦੀ ਕਮੇਟੀ ਦੀਆਂ ਰਿਕਮੈਂਡੇਸ਼ਨ ਜਿਹਨੇ ਰਿਪੋਰਟ ਸਰਕਾਰ ਕੋਲ ਆ ਗਈ, ਨਾ ਸਰਕਾਰ ਨੇ ਅਸੈਂਬਲੀ 'ਚ ਲਿਆ ਕੇ ਉਹਦੇ 'ਤੇ ਕੋਈ ਚਰਚਾ ਕਰਾਈ, ਨਾ ਵਿਰੋਧੀ ਧਿਰ ਨੇ ਮੰਗ ਕੀਤੀ ਕਿ ਉਹ 'ਤੇ ਚਰਚਾ ਕਰੋ ਕਿ ਉਹ ਲਾਗੂ ਹੋਣੀ ਚਾਹੀਦੀ ਹੈ ਜਾਂ ਨਹੀਂ। ਅਤੇ ਇਸ ਤੋਂ ਬਾਅਦ ਫਿਰ ਰੌਲਾ ਪਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਦੇ ਵਿੱਚ ਕਹਿਤਾ ਸੀ ਕਿ ਮਜ਼ਦੂਰਾਂ ਦੇ ਤਾਂ ਸਾਡੇ ਕੋਲ ਗਿਣਤੀ ਵੀ ਹੈ ਨਹੀਂ ਅਤੇ ਉਹਦੇ ਕਰਜ਼ੇ ਬਾਰੇ ਵੀ ਨਹੀਂ ਸਾਨੂੰ ਪਤਾ ਕਿੰਨਾ, ਅਤੇ ਈਵਨ ਖੁਦਕਸ਼ੀਆਂ ਦਾ ਇੱਕ ਸਵਾਲ ਵੀ ਇਹਦੇ 'ਤੇ ਫਿਰ ਮਜ਼ਦੂਰ ਜਥੇਬੰਦੀਆਂ ਨੇ ਅਤੇ ਬਾਕੀ ਕੁਝ ਲੋਕਾਂ ਨੇ ਮਿਲ ਕੇ ਗਿਣਤੀ ਤਾਂ ਦੱਸਤੀ ਇਹਨਾਂ ਦੀ ਜਿਹੜੀ ਮਰਦਮਸ਼ੁਮਾਰੀ ਹੁੰਦੀ ਹੈ ਉਹਦੇ 'ਤੇ ਚੱਕ ਕੇ ਕਿ ਇੰਨੇ ਸਾਡੇ ਕੋਲ ਭਾਈ ਮਜ਼ਦੂਰ ਤੁਹਾਡੇ ਕੋਲ ਆਹ ਫਿਗਰ ਹੈ, ਅਤੇ ਇਸੇ ਲਈ ਕਰਜ਼ੇ ਦਾ ਵੀ ਉਹਨਾਂ ਨੇ ਮੋਟਾ ਹਿਸਾਬ ਕਿਤਾਬ ਕਿ ਇਸ ਲੈਵਲ ਦਾ। ਤਾਂ ਉਸ ਤੋਂ ਬਾਅਦ ਕੀ ਕੀਤਾ ਫਿਰ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਦੀ ਪ੍ਰਪੋਜ਼ਲ 'ਤੇ ਇੱਕ ਵਿਧਾਨ ਸਭਾ ਦੀ ਕਮੇਟੀ ਬਣਾਤੀ। ਵਿਧਾਨ ਸਭਾ ਦੀ ਕਮੇਟੀ ਦੇ ਵਿੱਚ ਕਾਂਗਰਸ ਦਾ ਵੀ, ਆਮ ਆਦਮੀ ਪਾਰਟੀ ਦੇ, ਅਕਾਲੀ ਦਲ ਦੇ ਸਭ ਦੇ ਨੁਮਾਇੰਦੇ ਨੇ ਜਿਹਦੀ ਨੁਮਾਇੰਦਗੀ ਹੈ, ਅਤੇ ਉਹ ਸਾਰੇ ਬੰਦੇ ਉਹਦੇ 'ਚ ਨੇ। ਔਰ ਉਹਨਾਂ 'ਚੋਂ ਜਿਹੜਾ ਅੱਜ ਕੱਲ੍ਹ ਵਿਧਾਨ ਸਭਾ ਦੀ ਕਮੇਟੀ ਦਾ ਚੇਅਰਮੈਨ ਸੀ ਉਹ ਮਿਨਿਸਟਰ ਹੈ, ਅਤੇ ਇੱਕ MLA ਆਮ ਆਦਮੀ ਪਾਰਟੀ ਦਾ ਸੀ ਉਹ ਕਾਂਗਰਸ 'ਚ ਚਲਾ ਗਿਆ, ਪਤਾ ਨਹੀਂ ਵਿੱਚ ਹੈ ਕਿ ਕਿੱਥੇ ਹੈ ਹੁਣ। ਇਸ ਤਰ੍ਹਾਂ ਵੱਖ-ਵੱਖ ਨੇ। ਉਹ ਜਿਹੜੀ ਸਰਕਾਰ ਜੇ ਮਜੀਠੀਆ, ਆਮ ਆਦਮੀ ਪਾਰਟੀ, ਕਾਂਗਰਸ ਇਹਦੇ 'ਚ ਕੁਝ ਗੰਭੀਰ MLA ਹੈਗੇ ਤਾਂ ਆਪਣੇ ਵਿਧਾਨ ਸਭਾ ਦੀ ਕਮੇਟੀ ਦੇ ਮੈਂਬਰਾਂ ਵੱਲੋਂ ਤਿਆਰ ਕੀਤੀ ਗਈ ਰਿਪੋਰਟ 'ਤੇ ਚਰਚਾ ਕਿਉਂ ਨਹੀਂ ਮੰਗਦੇ? ਕੀ ਉਹ ਰਿਪੋਰਟ ਦੀ ਕੋਈ ਪ੍ਰਸੰਗਤਾ ਹੈ? ਕੀ ਉਹ ਲੋਕ ਵੀ ਪੰਜਾਬ ਦੇ ਉਹਨੂੰ ਸੁਣ ਲੈਣਗੇ ਕਿ ਕੀ ਸਾਡੇ MLAਆਂ ਦਾ ਇੱਕ ਦਿਮਾਗੀ ਪੱਧਰ, ਬੌਧਿਕ ਪੱਧਰ ਅਤੇ ਬਾਕੀ ਦੀਆਂ ਚੀਜ਼ਾਂ ਕਿੰਨੀਆਂ ਕੁ ਮਹੱਤਵਪੂਰਨ ਨੇ, ਉਹ ਕੀ ਸਾਡੇ ਲਈ ਰਿਪੋਰਟ ਇਹਨੇ ਤਿਆਰ ਕੀਤੀ, ਲੋਕਾਂ ਨੂੰ ਤਾਂ ਦੱਸੋ। ਇਸ ਲਈ ਜੇ ਗੰਭੀਰਤਾ ਤਾਂ ਉਸ ਪੱਧਰ ਦੇ ਉੱਤੇ ਗੱਲ ਕਰੋ, ਉਹ ਵਿਧਾਨ ਸਭਾ ਦੀ ਕਮੇਟੀ ਦੀ ਰਿਪੋਰਟ 'ਤੇ ਚਰਚਾ ਕਰਾਓ ਕਿ ਇੰਨੇ ਸਾਲਾਂ ਬਾਅਦ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੇ ਰਲ ਕੇ ਕੀ ਸੋਚਿਆ। ਉਹੀ ਨਿਕਲੇਗਾ
ਜਿਹਾ ਜਿਹਾ ਬਾਕੀ ਦੇ ਨਿਕਲਦਾ, ਇਸ ਲਈ ਗੰਭੀਰਤਾ ਉੱਥੋਂ ਨਜ਼ਰ ਆ ਜਾਏਗੀ। ਅਗਲੀ ਗੱਲ ਇਹੀ ਹੈ ਕਿ ਇਹਦੇ ਵਿੱਚ ਕਰਜ਼ੇ ਦੇ ਜਿਹੜੇ ਸਵਾਲ ਨੇ, ਸੁਸਾਈਡ ਦੇ ਸਵਾਲ ਨੇ, ਵੱਡੇ ਪਾਲਿਸੀ ਦੇ ਸਵਾਲ ਨੇ। ਇਹ ਬਹੁਤ ਛੋਟੀਆਂ, ਐ ਨਹੀਂ ਹੈ ਕਿ ਚੋਣਾਂ 'ਚ ਵਾਅਦਾ ਕਰਤਾ ਤੇ ਹੱਲ ਹੋ ਜਾਣਗੇ, ਇਹ 'ਚ ਜਾਦੂ ਦੀ ਛੜੀ ਨਹੀਂ ਹੈ ਕਿਸੇ ਕੋਲ। ਇਹਦੇ ਲਈ ਤਾਂ ਖੇਤੀ ਦਾ ਮਾਡਲ, ਪੂਰੇ ਡਿਵੈਲਪਮੈਂਟ ਦੇ ਮਾਡਲ, ਉਹਨਾਂ 'ਤੇ ਚਰਚਾ ਕਰਨੀ ਪਏਗੀ। ਉਹਨਾਂ ਗੰਭੀਰ ਸਵਾਲਾਂ ਨੂੰ ਐਡਰੈਸ ਕਰਨ ਲਈ ਕੋਈ ਤਿਆਰ ਨਹੀਂ ਹੈ। ਇਸੇ ਤਰ੍ਹਾਂ ਦਲਿਤ ਵਿਦਿਆਰਥੀਆਂ ਦੀ ਸਕਾਲਰਸ਼ਿਪ ਦਾ ਇਸ਼ੂ ਵੀ ਉੱਠਿਆ, ਮੁੱਦਾ ਉੱਠਿਆ, ਉਹ ਵੀ ਬੜੇ ਲੰਮੇ ਸਮੇਂ ਦਾ ਮੁੱਦਾ ਹੈ। ਕੋਈ ਕਹਿੰਦਾ ਕੇਂਦਰ ਨੇ ਪੈਸੇ ਭੇਜਤੇ, ਕੋਈ ਕਹਿੰਦਾ ਕੇਂਦਰ ਨੇ ਇੰਨੇ ਜਲਦੀ ਨਹੀਂ ਭੇਜੇ, ਅਲੱਗ-ਅਲੱਗ ਟਾਈਪ ਦਾ ਗੱਲ ਹੈ। ਇਹ ਜਿਹੜੇ ਸਕੀਮਾਂ ਨਹੀਂ ਕੰਮ ਕਰਦੀਆਂ ਹੁੰਦੀਆਂ, ਸਕੀਮਾਂ ਦੀ ਬਜਾਏ ਇੱਕ ਅਧਿਕਾਰ ਦਾ ਸਵਾਲ ਹੁੰਦਾ ਕਿ ਤੁਸੀਂ ਗੌਰਮੈਂਟਾਂ ਨੇ ਹਰ ਇੱਕ ਵਰਗ ਦੇ ਵਿਦਿਆਰਥੀ ਦੇ ਲਈ ਉਹਦੀ ਪੜ੍ਹਾਈ ਯਕੀਨੀ ਬਣਾਉਣ ਦੇ ਲਈ ਵਿੱਦਿਆ ਦਾ ਲਾਜ਼ਮੀ ਮਤਲਬ ਜੇ ਉਹ ਪੜ੍ਹਨਾ ਚਾਹੁੰਦਾ ਤੇ ਉਹਨੂੰ ਮੌਕਾ ਦੇਣ ਦੇ ਲਈ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਤੇ ਉਹਦੇ ਲਈ ਬਜਟ ਪ੍ਰੋਵੀਜ਼ਨਾਂ ਹੋਣੀਆਂ ਚਾਹੀਦੀਆਂ ਨੇ, ਬਜਟ ਦੇ ਵਿੱਚ ਹਿੱਸੇਦਾਰੀ ਹੋਣੀ ਚਾਹੀਦੀ ਹੈ। ਉਹ ਨਹੀਂ ਜਿੰਨਾ ਚਿਰ ਹੁੰਦੀ ਉਹਨਾਂ ਚਿਰ ਫਿਰ ਇਹ ਡਿਕਡੋਲੇ ਇਸੇ ਤਰ੍ਹਾਂ ਖਾਂਦੀ ਜਾਂਦੀ ਹੈ। ਇੱਕ ਅਗਲਾ ਸਿਆਸੀ ਸਵਾਲ ਹੈ। ਉਹ ਸਿਆਸੀ ਸਵਾਲ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਕਈ ਬੰਦੇ ਛੱਡ ਕੇ ਕਾਂਗਰਸ 'ਚ ਗਏ, ਕਾਂਗਰਸ 'ਚੋਂ ਫਿਰ ਉੱਧਰ ਆ ਗਏ, ਕਈਆਂ ਨੇ ਆਪਣੀ ਪਾਰਟੀ ਬਣਾ ਲਈ ਅਲੱਗ, ਜਿਵੇਂ ਸੁਖਪਾਲ ਖਹਿਰੇ ਨੇ ਅਲੱਗ ਪਾਰਟੀ ਬਣਾਈ, ਉਹਦੇ 'ਚ ਕਈ ਕੁਛ MLA ਚਲੇ ਵੀ ਗਏ, ਕੁਛ ਉਦੋਂ ਅਲੱਗ ਰਹਿ ਗਏ। ਇਹ ਸਾਰਿਆਂ ਦੇ ਸਵਾਲ ਦੇ ਉੱਤੇ ਹੈ ਕਿ ਜਿਹੜਾ ਦਲ ਬਦਲੀ ਵਿਰੋਧੀ ਕਾਨੂੰਨ ਹੈ, ਉਹਦੇ ਤਹਿਤ ਜੇਕਰ ਬੰਦਾ ਆਪਣੀ ਪਾਰਟੀ ਜਿਹਦੇ ਸਿੰਬਲ 'ਤੇ ਉਹ ਜਿੱਤੇ ਹੈ ਕੋਈ ਹੋਰ ਪਾਰਟੀ ਜੁਆਇਨ ਕਰਦਾ ਜਾਂ ਨਵੀਂ ਪਾਰਟੀ ਬਣਾ ਲੈਂਦਾ ਤਾਂ ਉਹਦੀ ਮੈਂਬਰਸ਼ਿਪ ਚਲੀ ਜਾਂਦੀ ਹੈ। ਪਰ ਅੱਜ ਤੱਕ ਉਹ ਮੈਂਬਰ ਵੀ ਨੇ ਤੇ ਪਾਰਟੀ ਦੇ ਵਿੱਚ ਵੀ ਨਹੀਂ ਹੈ। ਕਈ ਜਾ ਕੇ ਵੀ ਵਾਪਸ ਮੁੜ ਕੇ ਇੱਕ ਪਾਰਟੀ ਛੱਡ ਕੇ ਅਸੀਂ ਫਿਰ ਮੁੜ ਕੇ ਆ ਗਏ। ਤੇ ਜੇ ਮੁੱਦਾ ਉੱਠਦਾ ਇਹ ਹੁਣ ਆ ਕੇ ਕਿਉਂ ਉੱਠਦਾ? ਸਿਧਾਂਤਕ ਤੌਰ 'ਤੇ ਸਾਰੀਆਂ ਪਾਰਟੀਆਂ ਕੀ ਐਡੀਆਂ ਦੁੱਧ ਹੋਤੀਆਂ ਨੇ? ਉਹ ਆਪਣੇ ਆਪ ਦੇ ਅੰਦਰ ਝਾਤੀ ਮਾਰਨ ਕਿ ਜੇ ਕਾਨੂੰਨ ਬਣ ਵੀ ਗਿਆ ਤਾਂ ਕਾਨੂੰਨ ਦੀਆਂ ਧੱਜੀਆਂ ਕਿਵੇਂ ਰਲ ਮਿਲ ਕੇ ਆਪਸੀ ਸਹਿਮਤੀ ਨਾਲ ਉਡਾਈਆਂ ਜਾ ਰਹੀਆਂ ਨੇ ਅੱਜ ਤੱਕ। ਉਹ ਵਿਧਾਨਕਾਰ ਨੇ ਸਾਡੇ ਜਿਹੜੇ ਕਾਨੂੰਨ ਬਣਾ ਰਹੇ ਨੇ, ਉਸੇ ਵਿਧਾਨ ਸਭਾ ਦੇ ਦੁਆਰਾ, ਉਸੇ ਵਿਧਾਨ ਸਭਾ 'ਚ ਚੁਣੇ ਹੋਏ ਬੰਦੇ ਉਹ ਕਾਨੂੰਨਾਂ ਨੂੰ ਲਾਗੂ ਕਰਨ ਦੇ ਵਿੱਚ, ਆਪਣੇ 'ਚ ਲਾਗੂ ਕਰਨ ਦੇ ਵਿੱਚ ਫਲਾਪ ਸ਼ੋ ਹੋ ਰਹੇ ਨੇ। ਜਦੋਂ ਫਲਾਪ ਹੋ ਰਹੇ ਨੇ ਤਾਂ ਫਿਰ ਕਿਵੇਂ ਲੋਕਾਂ ਨੂੰ ਯਕੀਨ ਵੱਝੂਗਾ ਕਿ ਸਾਡੇ ਲਈ ਜਿਹੜੇ ਬਣਾਏ ਜਾ ਰਹੇ ਕਾਨੂੰਨ ਨੇ, ਜਿਹੜੇ ਸਾਡੇ ਹਿੱਤ ਦੇ ਨੇ, ਉਹ ਲਾਗੂ ਕਰਾ ਲੈਣਗੇ? ਇਹ ਸੰਭਵ ਹੀ ਨਹੀਂ ਹੋਏਗਾ ਕਿਸੇ ਵੀ ਤਰੀਕੇ। ਇਸ ਲਈ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਸਾਹਮਣੇ ਆ ਰਹੀਆਂ ਨੇ, ਔਰ ਇਹ ਚੀਜ਼ਾਂ ਆ ਰਹੀਆਂ ਨੇ ਕੇਵਲ 2022 ਨੂੰ ਦੇਖ ਕੇ। ਅਜੇ ਵੀ ਪੰਜਾਬ ਆਪਣੀ ਹੋਂਦ ਦੀ ਲੜਾਈ ਲੜ ਰਿਹਾ, ਕਿਹਾ ਜਾ ਰਿਹਾ ਇਸ ਸਾਰੇ ਮੋਰਚੇ ਦੇ ਵਿੱਚ। ਹੋਂਦ ਦੀ ਲੜਾਈ ਪੰਜਾਬੀਆਂ ਦੇ ਚਿਹਰੇ 'ਤੇ ਦਿਖਾਈ ਦਿੰਦੀ ਹੈ, ਲੋਕਾਂ ਦੇ ਚਿਹਰੇ 'ਤੇ ਦਿਖਾਈ ਦਿੰਦੀ ਹੈ, ਪਰ ਸਿਆਸਤਦਾਨਾਂ ਦੇ ਚਿਹਰੇ 'ਤੇ ਅਜੇ ਵੀ ਕੇਵਲ ਵੋਟਾਂ ਹੀ ਦਿਖਾਈ ਦਿੰਦੀਆਂ ਨੇ, ਕੇਵਲ 22 ਹੀ ਦਿਖਾਈ ਦੇ ਰਹੇ। ਜੀ ਹਮੀਰ ਸਿੰਘ ਜੀ, ਜਿਵੇਂ ਤੁਸੀਂ ਦੱਸਿਆ ਕਿ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਜਿਹੜਾ ਸੰਘਰਸ਼ ਚੱਲ ਰਿਹਾ, ਇਸ ਕਰਕੇ ਸਾਰੀ ਸਿਆਸੀ ਪਾਰਟੀਆਂ ਜਿਹੜੀਆਂ ਹੈਗੀਆਂ ਕਿਸਾਨੀ ਦੀ ਹਮਾਇਤ ਦੀ ਗੱਲ ਕਰਕੇ ਜਿਹੜਾ ਹੈਗਾ ਕਿਸਾਨਾਂ ਦਾ ਵਿਸ਼ਵਾਸ ਜਿੱਤਣ ਦੀ ਕੋਸ਼ਿਸ਼ਾਂ ਕਰ ਰਹੀ ਹੈ। ਪਰ ਅਸੀਂ ਇਸ ਦੇ ਨਾਲ ਹੀ ਜਾਣਨਾ ਚਾਹਾਂਗੇ ਕਿ ਜਿਹੜਾ ਕੌਮੀ ਰਾਜਧਾਨੀ ਵਿਖੇ ਪਿਛਲੇ 3 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਸੰਘਰਸ਼ ਚੱਲ ਰਿਹਾ, ਉੱਥੇ ਕਿਸਾਨ ਜਥੇਬੰਦੀਆਂ ਵੱਲੋਂ ਕਿਸ ਤਰ੍ਹਾਂ ਦੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ, ਜਾਂ ਉੱਥੇ ਸੰਘਰਸ਼ ਹੁਣ ਕਿਸ ਮੋੜ 'ਤੇ ਪਹੁੰਚ ਚੁੱਕਿਆ? ਉਹ ਸੰਘਰਸ਼ ਫੈਲਦਾ ਜਾ ਰਿਹਾ ਵੱਖ-ਵੱਖ ਰਾਜਾਂ ਦੇ ਵਿੱਚ। ਔਰ ਇਹ ਅੱਜ ਸੰਯੁਕਤ ਮੋਰਚੇ ਦੀ ਇੱਕ ਮੀਟਿੰਗ ਵੀ ਹੈ ਲੇਟ 'ਚ, ਜਿਹੜਾ ਉਹਦਾ ਰਿਜ਼ਲਟ ਆਉਣਾ। ਉਹਨਾਂ ਨੇ ਕੀ ਐਲਾਨ ਕੀਤਾ? ਪਰ ਕੱਲ੍ਹ ਇੱਕ ਐਲਾਨ ਕੀਤਾ ਜਿਹੜਾ ਵੱਡਾ ਉਹਨਾਂ ਨੇ, ਕਿ 6 ਤਰੀਕ ਨੂੰ, 6 ਮਾਰਚ ਨੂੰ ਦਿੱਲੀ ਦੀ ਜਿਹੜੀ KVM ਰੋਡ, ਮਤਲਬ ਦਿੱਲੀ ਦੇ ਆਲੇ ਦੁਆਲੇ ਜਿਹੜੇ ਪੂਰੇ ਉਹਦੇ 'ਚ ਕਰਦੀ ਆ, ਜਿਹਦੇ 'ਤੇ ਇੱਕ ਪਹਿਲਾਂ 26 ਜਨਵਰੀ ਤੋਂ ਪਹਿਲਾਂ ਇੱਕ ਟਰਾਇਲ ਕੀਤਾ ਸੀ ਟਰੈਕਟਰ ਮਾਰਚ ਪਰੇਡ ਦਾ, ਉਹਨੂੰ ਵੀ ਜਾਮ ਰੱਖਣਾ ਹੈ। ਉਹਨੂੰ ਜਾਮ ਰੱਖਣ ਦਾ ਮਤਲਬ ਹੈ ਕਿ ਕਿੰਨੇ ਰਾਜਾਂ ਦੇ ਵਿੱਚੋਂ ਜਾ ਰਿਹਾ ਸੰਪਰਕ 6 ਘੰਟੇ ਲਈ ਘੱਟੋ ਘੱਟ ਉਹ ਬੰਦ ਹੋਏਗਾ। ਇਹ ਦਿਖਾਉਣ ਦੇ ਲਈ ਕਿ ਕਿਸਾਨੀ ਅੰਦੋਲਨ ਸੁੰਗੜ ਨਹੀਂ ਰਿਹਾ ਜਿਹੜੇ ਗੌਰਮੈਂਟ ਪ੍ਰਚਾਰ ਕਰ ਰਿਹਾ, ਬਲਕਿ ਉਦੋਂ ਵੀ ਵੱਧ ਰਿਹਾ ਬਹੁਤ ਵੱਡੇ ਪੱਧਰ ਦੇ ਉੱਤੇ। ਇਹ ਐਲਾਨ 6 ਮਾਰਚ ਲਈ ਕੀਤਾ ਗਿਆ। ਇਹਦੇ ਤੋਂ ਇਲਾਵਾ ਵੀ ਜਿਹੜਾ ਅੱਜ ਅਨਾਊਂਸ ਹੋਣ ਦੀ ਸੰਭਾਵਨਾ ਹੈ ਕਿ ਕਿਸਾਨਾਂ ਦੇ ਵੱਖ-ਵੱਖ ਜਥੇ 5 ਰਾਜਾਂ ਦੀਆਂ ਜਿਹੜੀਆਂ ਚੋਣਾਂ ਅਨਾਊਂਸ ਹੋ ਚੁੱਕੀਆਂ ਨੇ, ਵੈਸਟ ਬੰਗਾਲ ਦੇ ਵਿੱਚ, ਅਸਾਮ ਦੇ ਵਿੱਚ, ਤਾਮਿਲਨਾਡੂ ਦੇ ਵਿੱਚ, ਪੁਡੂਚੇਰੀ ਦੇ ਵਿੱਚ, ਵੱਖ-ਵੱਖ ਥਾਵਾਂ ਦੇ ਉੱਤੇ, ਕੇਰਲਾ ਦੇ ਵਿੱਚ, ਇੱਥੋਂ ਕਿਸਾਨਾਂ ਦੇ ਜਥੇ ਜਾਣਗੇ। ਉਹ ਇਹ ਦੱਸਣਗੇ ਕਿ ਸਰਕਾਰ ਕਿਸ ਤਰੀਕੇ ਦੇ ਨਾਲ ਕਾਨੂੰਨਾਂ 'ਤੇ ਅੜੀ ਹੋਈ ਹੈ। ਜਿਹੜੇ ਕਿਹਾ ਜਾ ਰਿਹਾ ਸ਼ਬਦਾਵਲੀ ਦੇ ਤੌਰ 'ਤੇ ਕਿਸਾਨ ਜਥੇਬੰਦੀਆਂ ਜਾਂ ਕਿਸਾਨ ਅੰਦੋਲਨ ਦਾ ਇੱਕ ਗੱਲ ਹੈ ਕਿ ਡੈਥ ਵਾਰੰਟ 'ਤੇ ਦਸਤਖਤ ਨੇ ਕਿਸਾਨਾਂ ਦੀ, ਤੇ ਔਰ BJP ਨੂੰ ਵੋਟ ਨਾ ਪਾਈ ਜਾਵੇ ਘੱਟੋ ਘੱਟ, ਇਹ ਇੱਕ ਸੱਦਾ ਦੇਣ ਜਾ ਰਹੇ ਨੇ। ਔਰ ਵੱਖ-ਵੱਖ ਕਿਸਾਨਾਂ ਦੀਆਂ ਲੀਡਰਾਂ ਦੀਆਂ ਡਿਊਟੀਆਂ ਲੱਗਣਗੀਆਂ, ਉਹਨਾਂ ਦੀ ਅਗਵਾਈ ਦੇ ਵਿੱਚ ਜਾਣਗੇ, ਤਾਂ ਕਿ ਇਹ ਅੰਦੋਲਨ ਦੇਸ਼ ਪੱਧਰ ਦੇ ਉੱਤੇ ਉਸ ਲੈਵਲ 'ਤੇ ਫਿਰ ਉਸ ਦਿਖਾਈ ਦੇਵੇ ਜਿਵੇਂ ਵੀ ਹੈ। ਔਰ ਇਸੇ ਕਰਕੇ ਇਹ ਅੰਦੋਲਨ ਜਿਹੜਾ ਹੈ ਇਹ
ਇਹਦਾ ਵਿਸਥਾਰ ਵਧਣ ਦੇ ਕਰਕੇ ਇਹ ਲਗਾਤਾਰ ਹੋਰ ਮੋਕਲਾ ਹੋਣ ਦੇ ਕਰਕੇ ਸਰਕਾਰ ਤੇ ਦਬਾਅ ਲਗਾਤਾਰ ਬਣ ਰਿਹਾ ਹੈ ਇਹਨਾਂ ਚੋਣਾਂ ਦੇ ਵਿੱਚ ਵੀ। ਔਰ ਇਹ ਜਿੰਨਾ ਦਬਾਅ ਬਣੂਗਾ ਉਨਾ ਹੀ ਜਿਹੜਾ ਸਰਕਾਰ ਸ਼ਾਇਦ ਜਿਹੜਾ ਡੈਡਲੌਕ ਹੈ 22 ਤਰੀਕ ਤੋਂ ਬਾਅਦ, ਉਦੋਂ ਬਾਅਦ ਕਿਸਾਨਾਂ ਨੂੰ ਸੱਦੇਗੀ, ਗੱਲਬਾਤ ਕਰੇਗੀ ਤੇ ਉਹ ਗੱਲ ਅੱਗੇ ਵਧੂਗੀ ਉਸੇ ਤਰੀਕੇ ਨਾਲ। ਜੀ ਹਮੀਰ ਸਿੰਘ ਜੀ, ਇਹ ਤਾਂ ਸੀ ਕਿਸਾਨੀ ਅੰਦੋਲਨ ਦੀ ਗੱਲ। ਜੇਕਰ ਅਸੀਂ ਗੱਲ ਕਰੀਏ ਦੇਸ਼ ਦੀ ਅਰਥ ਵਿਵਸਥਾ ਦੀ, ਤਾਂ ਆਰਬੀਆਈ ਵੀ ਮੰਨ ਰਹੀ ਹੈ ਕਿ ਮੌਜੂਦਾ ਸਮੇਂ ਜਿਹੜਾ ਹੈ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ। ਅਸੀਂ ਜਾਣਨਾ ਚਾਹਾਂਗੇ ਵੀ ਕਿ ਇਹ ਵਿੱਤੀ ਸੰਕਟ ਜਿਹੜਾ ਹੈਗਾ ਕਿਸ ਤਰ੍ਹਾਂ ਦਾ ਆ ਰਿਹਾ, ਜਾਂ ਆਰਬੀਆਈ ਨੂੰ ਮੌਜੂਦਾ ਸਮੇਂ 'ਚ ਇਸ ਤਰ੍ਹਾਂ ਹੀ ਗੱਲ ਕਿਉਂ ਕਹਿਣੀ ਪੈ ਰਹੀ ਹੈ? ਅਸਲ 'ਚ ਜਿਹੜੀ ਰਿਪੋਰਟ ਆਈ ਹੈ ਸਾਹਮਣੇ ਰਿਜ਼ਰਵ ਬੈਂਕ ਆਫ ਇੰਡੀਆ ਦੀ, ਉਹ ਕਾਫੀ ਖਤਰਨਾਕ ਹੈ ਔਰ ਇਹ ਬਲਕਿ ਹਕੀਕਤ ਨੂੰ ਵੀ ਲੋਕਾਂ ਦੇ ਸਾਹਮਣੇ ਰੱਖਦੀ ਹੈ, ਅਸਲੀਅਤ ਨੂੰ। ਉਹ ਰਿਪੋਰਟ ਕੀ ਹੈ? ਉਹ ਰਿਪੋਰਟ ਇਹ ਕਹਿ ਰਹੀ ਹੈ ਕਿ ਜਿਹੜੇ ਸਾਡੇ ਬੈਂਕ ਨੇ ਵੱਡੇ, ਉਹ ਜਿਹੜੇ ਵੱਡੇ ਘਰਾਣੇ ਨੇ, ਵੱਡੇ ਪ੍ਰੋਜੈਕਟ ਨੇ, ਵੱਡੇ ਪੂੰਜੀਪਤੀ ਨੇ, ਉਹਨਾਂ ਨੂੰ ਹੁਣ ਜਿਹੜਾ ਲੋਨ ਦੇਣ ਤੋਂ ਕਤਰਾ ਰਹੇ ਨੇ, ਹਿਚਕਚਾ ਰਹੇ ਨੇ ਜੀ। ਔਰ ਇਹ ਉਹ ਕਹਿੰਦਾ ਇਹ ਸੰਕਟ ਦੀ ਗੱਲ ਹੈ। ਉਹ ਇਹ ਸੰਕਟ ਦੀ ਗੱਲ ਕਿਵੇਂ ਹੈ? ਜੇਕਰ ਇਹਦੇ ਪਿੱਛੇ ਬੜੀ ਵੱਡੀ ਇੱਕ ਸੋਲਿਡ ਗਰਾਊਂਡ ਹੈ ਜੀ, ਕਿਉਂਕਿ ਉਹਨਾਂ ਘਰਾਣਿਆਂ ਨੇ ਬੈਂਕ ਡੋਬੇ ਨੇ। ਬੈਂਕ ਆਪਦੇ ਆਪ 'ਚ ਨਹੀਂ ਮਰਦੇ ਸੀ, ਉਹਨਾਂ ਘਰਾਣਿਆਂ ਨੇ ਜਿਹਨੂੰ NPA ਕਹਿ ਕੇ, ਨਾਨ ਪਰਫਾਰਮੈਂਸ ਅਸੈਟਸ, ਮੋਟੇ ਲੋਨ ਲਏ, ਮੁੜ ਕੇ ਵਾਪਸ ਨਹੀਂ ਕੀਤੇ। ਉਹ ਲੋਕਾਂ ਦਾ ਪੈਸਾ ਸੀ ਬੈਂਕਾਂ 'ਚ ਜਿਹੜਾ ਲੱਗਿਆ ਹੋਇਆ। ਬੈਂਕ ਡੁੱਬ ਰਹੇ ਨੇ, ਫਿਰ ਤੁਸੀਂ ਇਲਾਜ ਲੱਭ ਰਹੇ ਹੋ ਕਿ ਬੈਂਕਾਂ ਨੂੰ ਮਰਜ ਕਰ ਦਿਓ, ਛੋਟੇ ਬੈਂਕ ਤੋਂ ਵੱਡਾ ਬਣਾ ਦਿਓ ਇਕੱਠਾ ਕਰਕੇ, ਤਾਂ ਕਿ ਵੱਡੇ ਨੂੰ ਹੋਰ ਕਰਜ਼ਾ ਦਿੱਤਾ ਜਾ ਸਕੇ, ਉਹਦੇ ਨਾਲ ਉਹਦਾ ਧੰਦਾ ਜਿਹੜਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਵੱਧ ਸਕੇ। ਔਰ ਜਿਹੜੇ ਬੈਂਕਰ ਨੇ, ਜਿਹੜੇ ਬੈਂਕ ਆਫੀਸਰ ਨੇ ਜਾਂ ਬੈਂਕ ਦੇ ਮੁਲਾਜ਼ਮ ਨੇ, ਉਹ ਬੜੇ ਲੰਮੇ ਸਮੇਂ ਤੋਂ ਲੜਾਈ ਲੜਦੇ ਆ ਰਹੇ ਨੇ। ਬਲਕਿ ਉਹ ਤਾਂ ਜਿਹੜੀ ਗੌਰਮੈਂਟ ਦੀਆਂ ਬੈਂਕਾਂ ਨੇ, ਬੈਂਕ ਐਮਪਲਾਈਜ਼ ਐਸੋਸੀਏਸ਼ਨ ਜਿਹੜੀ ਹੈ ਤੇ ਬੈਂਕ ਆਫੀਸਰਜ਼ ਐਸੋਸੀਏਸ਼ਨ ਆ, ਉਹ ਕਈ ਸਾਲਾਂ ਤੋਂ ਇੱਕ ਕਿਤਾਬਚਾ ਛਾਪਦੇ ਨੇ, ਉਹਨਾਂ ਲੋਕਾਂ ਦੇ ਨਾਂ ਦਿੰਦੇ ਨੇ ਤੇ ਕਿੰਨਾ ਕਿੰਨਾ ਅਮਾਊਂਟ ਉਹਨਾਂ ਨੇ ਲਿਆ, ਲੱਖਾਂ ਕਰੋੜਾਂ ਦਾ ਜਿਹੜਾ ਪੈਸਾ ਹੈ ਉਹ ਵਾਪਸ ਨਹੀਂ ਕੀਤਾ, ਉਹ ਮਾਰ ਰਹੇ ਨੇ। ਸਰਕਾਰ ਉਹਨਾਂ ਖਿਲਾਫ ਕਾਰਵਾਈ ਕਿਉਂ ਨਹੀਂ ਕਰ ਰਹੀ? ਉਹ ਲਗਾਤਾਰ ਇਹ ਕਹਿੰਦੇ ਆ ਰਹੇ ਨੇ। ਉਹ ਕਹਿੰਦੇ ਬੈਂਕ ਘਾਟੇ 'ਚ ਕਿਵੇਂ ਚਲਾ ਜਾਊਗਾ? ਜਿਹਨੇ ਜੇ ਤਾਂ ਕਿਸੇ ਨੂੰ ਲੋਨ ਦੇਣਾ ਤਾਂ ਉਹਦਾ ਵਿਆਜ ਲੈਣਾ, ਬਲਕਿ ਲੋਕਾਂ ਦੇ ਜੇ ਕੋਈ ਲੋਕਰ ਕਰ ਲੈਣਾ ਤਾਂ ਬਾਕੀ ਸਭ 'ਚੋਂ ਕਮਾਈ ਹੈ, ਤਾਂ ਉਹ ਘਾਟੇ 'ਚ ਜਾਣ ਵਾਲਾ ਸੌਦਾ ਹੀ ਨਹੀਂ। ਘਾਟੇ 'ਚ ਜਾ ਰਿਹਾ, ਕਦੇ ਨੀਰਵ ਮੋਦੀ ਭੱਜ ਜਾਂਦਾ ਹੈ, ਕਦੇ ਕੋਈ ਭੱਜ ਜਾਂਦਾ ਹੈ, ਭੱਜ ਵੀ ਜਾਂਦੇ ਨੇ ਜਿਹੜੇ ਇੱਥੇ ਨੇ। ਉਹ ਵੀ ਹੁਣੇ ਅਜੇ ਅੰਬਾਨੀ ਦੇ ਖਿਲਾਫ ਇੱਕ ਆ ਰਿਹਾ ਸੀ ਕਿ 86,000 ਕਰੋੜ ਰੁਪਈਏ ਦਾ ਬਕਾਇਆ ਜੀ, ਉਹ ਬੈਂਕ ਦਾ ਨਹੀਂ ਦਿੱਤਾ ਜਾ ਰਿਹਾ, ਜਾਂ ਬਾਕੀ ਜੋ ਵੀ ਹੈ। ਇਸੇ ਕਰਕੇ ਇਹ ਜਿਹੜਾ ਇੱਕ ਰਿਜ਼ਰਵ ਬੈਂਕ ਦਾ ਇਹ ਕਹਿਣਾ ਆਪ ਮੰਨਣਾ, ਪਹਿਲਾਂ ਤਾਂ ਹੋਰ ਲੋਕ ਇਲਜ਼ਾਮ ਲਾਉਂਦੇ ਸੀ ਕਿ ਪੈਸੇ ਨਹੀਂ ਮੋੜਦੇ, ਤੇ ਇਹ ਬੈਂਕਰਾਂ ਵੱਲੋਂ ਮੈਨੂੰ ਲੱਗਦਾ ਕਿ ਚਿੰਤਾ ਸਗੋਂ ਇਦੋਂ ਉਲਟ ਹੋਣੀ ਚਾਹੀਦੀ ਹੈ ਕਿ ਸਰਕਾਰ ਦਬਾਅ ਪਾ ਕੇ ਬੈਂਕਾਂ ਦਾ ਪੈਸਾ ਜ਼ਬਰਦਸਤੀ ਨਾ ਦਬਾਵੇ ਉਹਨਾਂ ਨੂੰ, ਵੱਡੇ ਕ੍ਰੈਡਿਟ ਵਾਲਿਆਂ ਨੂੰ। ਪੈਸਾ ਹੇਠਾਂ ਲੋਕਾਂ ਨੂੰ ਚਾਹੀਦਾ, ਆਮ ਲੋਕਾਂ ਕੋਲ ਪੈਸਾ ਜਾਏਗਾ ਤਾਂ ਕੁਝ ਹੋਣਾ ਹੈ। ਔਰ ਇਸੇ ਕਰਕੇ ਬੈਂਕਾਂ ਦਾ ਜਿਹੜਾ ਸਵਾਲ ਹੈ ਕ੍ਰੈਡਿਟ ਦਾ, ਇਹ ਕ੍ਰੈਡਿਟ ਬਾਰੇ ਰੀਥਿੰਕ ਕਰਨਾ ਚਾਹੀਦਾ, ਮੁੜ ਕੇ ਸੋਚਣਾ ਚਾਹੀਦਾ ਕਿ ਜੇ ਉਹ ਵਾਪਸੀ ਯੋਗ ਨਹੀਂ ਜਾਂ ਵਾਪਸ ਨਹੀਂ ਹੋਣਾ ਤਾਂ ਦੇ ਕੇ ਲੋਕਾਂ ਦਾ ਪੱਠਾ ਨਾ ਬਿਠਾਓ, ਤੇ ਇਹਨੂੰ ਮਾਡਲ ਨੂੰ ਦੁਬਾਰਾ ਚੈਲੰਜ ਦੁਬਾਰਾ ਠੀਕ ਤਰੀਕੇ ਨਾਲ ਸੋਚੋ ਜੀ। ਹਮੀਰ ਸਿੰਘ ਜੀ ਦੇ ਨਾਲ ਹੀ ਅਸੀਂ ਇੱਕ ਗੱਲ ਕਰਨਾ ਚਾਹਾਂਗੇ ਕਿ ਲੋਕਾਂ ਦੀ ਸੁਰੱਖਿਆ ਮੁਹੱਈਆ ਕਰਵਾਉਣ ਵਾਲੀ ਜਿਹੜੀ ਪੁਲਿਸ ਹੈ, ਉਹਦੀ ਕਾਰਗੁਜ਼ਾਰੀ ਸਦਾ ਹੀ ਸਵਾਲਾਂ ਦੇ ਘੇਰੇ ਦੇ ਵਿੱਚ ਘਿਰੀ ਹੋਈ ਦਿਖਾਈ ਦਿੰਦੀ ਹੈ। ਤੇ ਹੁਣ ਜਿਹੜਾ ਹੈਗਾ ਲੇਟੈਸਟ ਜਿਹੜਾ ਹੈਗਾ ਦਿੱਲੀ ਹਾਈ ਕੋਰਟ ਨੇ ਵੀ ਜਿਹੜਾ ਹੈਗਾ ਪੁਲਿਸ ਦੀ ਇੱਕ ਰਿਪੋਰਟ ਤੇ ਜਿਹੜਾ ਕਾਫੀ ਫਟਕਾਰ ਜਿਹੜੀ ਹੈ ਪੁਲਿਸ ਨੂੰ ਲਾਈ ਹੈ। ਅਸੀਂ ਜਾਣਨਾ ਚਾਹਾਂਗੇ ਉਹ ਕੇਸ ਕੀ ਸੀ ਜਾਂ ਪੂਰਾ ਮਾਮਲਾ ਕੀ ਹੈ? ਅਸਲ 'ਚ ਇਹ ਤੋਂ ਪਹਿਲਾਂ ਜਿਹੜਾ ਇੱਕ ਬੜਾ ਵੱਡਾ ਅੰਦੋਲਨ ਚੱਲਿਆ ਸ਼ਾਹੀਨ ਬਾਗ ਦਾ, ਉਸ ਤੋਂ ਪਹਿਲਾਂ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਜਿਹੜੇ ਵਿਦਿਆਰਥੀ ਸੀ, ਉਹਨਾਂ ਦੇ ਪੁਲਿਸ ਨੇ ਕੁੱਟਮਾਰ ਕੀਤੀ। ਕਿੰਨੇ ਹੀ ਸਾਡੇ ਸਾਹਮਣੇ ਸੀ, ਬੜਾ ਵੱਡਾ ਇੱਕ ਇਸ਼ੂ ਹੋਇਆ ਸੀ ਉਹ। ਔਰ ਜਿਹੜੀਆਂ ਕੁੜੀਆਂ ਅਤੇ ਵਿਦਿਆਰਥੀਆਂ ਦੀ ਅਗਵਾਈ ਦੇ ਵਿੱਚ ਸੀ, ਉਹਨਾਂ ਵਿਦਿਆਰਥੀਆਂ ਦੀ ਜਿਹੜੀ ਨੁਮਾਇੰਦਗੀ ਕਰਨ ਵਾਲੀ ਕਮੇਟੀ ਸੀ, ਉਹਦਾ ਇੱਕ ਮੈਂਬਰ ਫੜਿਆ ਸੀ। ਅਤੇ ਉਹ ਉਦੋਂ ਬਾਅਦ ਉਹਨਾਂ 'ਤੇ ਕੇਸ ਇਹ ਲਾਤਾ ਸੀ, ਸਗੋਂ ਉਹਨਾਂ 'ਤੇ ਕੁੱਟਮਾਰ ਹੋਈ ਅਤੇ ਸ਼ਹੀਨ ਬਾਗ ਦਾ ਅੰਦੋਲਨ ਵੀ ਚੱਲਿਆ। ਅਤੇ ਬਾਅਦ ਦੇ ਵਿੱਚ ਉਹਨੂੰ ਦਿੱਲੀ ਦੰਗਿਆਂ ਦੇ ਰੂਪ ਦੇ ਵਿੱਚ ਜਿਹੜਾ ਸਾਹਮਣੇ ਆਇਆ ਮਾਮਲਾ, ਔਰ ਉਹਦੇ 'ਚ 50-55 ਬੰਦੇ ਮਾਰੇ ਗਏ, ਬਹੁਤੀਆਂ ਬਲਕਿ ਘੱਟ ਗਿਣਤੀ ਨਾਲ ਸੰਬੰਧਿਤ ਲੋਕਾਂ ਦੀਆਂ ਜਾਨਾਂ ਗਈਆਂ ਅਤੇ ਉਹਨਾਂ ਦੇ ਕਾਰੋਬਾਰ ਠੱਪ ਹੋਏ। ਉਹਨਾਂ 'ਤੇ ਹੀ ਪਰਚਾ ਦੇਸ਼ ਧਰੋਹੀ ਦਾ ਪਾਤਾ, UAPA ਦਾ ਪਾਤਾ। ਉਹ ਆਸਿਫ ਜਿਹੜਾ ਮੁੰਡਾ ਸੀ, ਉਹਦੇ 'ਤੇ ਜਿਹੜਾ ਕੇਸ ਪਾਇਆ, ਉਹਦਾ ਜਿਹੜਾ ਆਪਣਾ ਬਿਆਨ ਹੁੰਦਾ ਪੁਲਿਸ ਦੇ ਕੋਲ, ਪੁਲਿਸ ਦੇ ਦਾਇਰੇ ਦੇ ਵਿੱਚ ਦਿੱਤਾ ਹੋਇਆ, ਉਹਨੇ ਕਿਹਾ ਕਿ ਇਹ ਮੀਡੀਆ ਨੂੰ ਲੀਕ ਕੀਤਾ ਗਿਆ, ਮੇਰਾ ਮੀਡੀਆ ਟਰਾਇਲ ਕਰਾਇਆ ਗਿਆ ਬਕਾਇਦਾ। ਔਰ ਹਾਲਾਂਕਿ ਪੁਲਿਸ ਦੇ ਕੋਲ ਜਿਹੜਾ ਇਕਬਾਲੀਆ ਬਿਆਨ ਹੈ, ਜ਼ਰੂਰੀ ਨਹੀਂ ਅਦਾਲਤ ਦੇ ਵਿੱਚ ਸਹੀ ਮੰਨਿਆ ਜਾਵੇ, ਅਦਾਲਤ ਅਲੱਗ ਤਰ੍ਹਾਂ ਸੁਣਦੀ ਹੈ ਕਿਸੇ ਬੰਦੇ ਨੂੰ। ਤਾਂ ਅਦਾਲਤ ਨੇ ਕਿਹਾ ਸੀ ਕਿ ਆਮ ਪੁਲਿਸ ਦੀ ਬਜਾਏ ਵਿਜੀਲੈਂਸ ਦੀ ਰਿਪੋਰਟ ਚਾਹੀਦੀ ਹੈ ਕਿ ਇਹ ਕਿੱਥੋਂ ਲੀਕ ਹੋਇਆ, ਕਿਹਨੇ ਕੀਤਾ, ਕਿਵੇਂ ਨਹੀਂ। ਹੁਣ ਉਹ ਅੱਜ ਦੀ ਅਦਾਲਤ ਦੇ ਵਿੱਚ ਜਿਹੜਾ ਪੇਸ਼ ਹੋਇਆ ਉਹ ਕੇਸ ਜੋ ਤੁੱਥ-ਮੁੱਥ ਕਰਕੇ ਕਰਤਾ, ਤਾਂ ਦਿੱਲੀ ਹਾਈ ਕੋਰਟ ਨੇ ਉਹਨੂੰ ਚੱਕ ਕੇ ਮਾਰਿਆ, ਪਰਾਂ ਭਗਾਇਆ।
ਉਹ ਕਹਿੰਦੇ ਵੀ ਇਹ ਜਿਹੜਾ ਕਾਗਜ਼ ਦੇ ਫਾਲਤੂ ਟੁਕੜੇ ਨੇ ਇਹਨੂੰ ਕਚਰੇ 'ਚ ਸੁੱਟ ਦੇਣਾ ਚਾਹੀਦਾ ਹੈ। ਤੇ ਉਹ ਇਹ ਕਹਿੰਦੇ ਨੇ ਕਿ ਸਧਾਰਨ ਚੋਰੀ ਦੇ ਮਾਮਲੇ 'ਚ ਸਿੰਪਲ ਪੁਲਿਸ ਜੋ ਜਾਂਚ ਕਰਦੀ ਹੈ ਇਹ ਉਦੋਂ ਵੀ ਘਟੀਆ ਪੱਧਰ ਦੀ ਜਾਂਚ ਹੈ ਜੀ। ਤੇ ਤੁਸੀਂ ਇਹਦੇ 'ਚ ਇਹ ਦੱਸੋ ਕਿ ਜਿਹੜੀ ਫਾਈਲ ਦੇ ਵਿੱਚ ਉਹਦਾ ਬਿਆਨ ਸੀ ਤੁਸੀਂ ਕਿਹਨੂੰ ਦਿੱਤਾ? ਪੁਲਿਸ ਕਹਿੰਦੀ ਹੈ ਕਿ ਅਸੀਂ ਤਾਂ ਇਕੱਲਾ ਦਿੱਲੀ ਸਰਕਾਰ ਨੂੰ ਤੇ ਹੋਮ ਮਿਨਿਸਟਰੀ ਨੂੰ ਦਿੱਤਾ। ਉਹ ਕਹਿੰਦੇ ਕੋਰੀਅਰ ਕਰਵਾਈ ਸੀ। ਕੌਣ ਲੈ ਕੇ ਗਿਆ ਸੀ? ਜਿਹੜਾ ਲੈ ਕੇ ਗਿਆ ਸੀ ਉਹ ਕਿਹਨਾਂ ਨੂੰ ਮਿਲਿਆ ਸੀ? ਇਹ ਕਿੱਥੋਂ ਲੀਕ ਹੋਇਆ? ਤੁਹਾਡੀ ਇਹਦੇ 'ਚ ਕੋਈ ਗੱਲ ਨਹੀਂ ਹੈ। ਇਹਨਾਂ ਗੱਲਾਂ ਤੋਂ ਸਮਝ ਕੀ ਆਉਂਦਾ? ਇਹਨਾਂ ਗੱਲਾਂ ਤੋਂ ਅਸਲ 'ਚ ਸਮਝ ਇਹ ਆਉਂਦਾ ਹੈ ਕਿ ਪੁਲਿਸ ਤੇ ਸਟੇਟ ਮਿਲ ਕੇ ਕਿਵੇਂ ਲਾਪਰਵਾਹੀ ਨਾਲ ਕੰਮ ਕਰਦੇ ਨੇ ਤੇ ਕਿਸ ਤਰੀਕੇ ਨਾਲ ਇੱਕ ਸਧਾਰਨ ਬੰਦਿਆਂ ਦੀ ਜ਼ਿੰਦਗੀ ਜਿਹੜੀ ਆ ਉਹ ਬਰਬਾਦ ਕਰ ਦਿੰਦੇ ਨੇ ਕਿਸੇ ਵੀ ਮਾਮਲੇ ਦੇ ਵਿੱਚ। ਇਹ ਸਭ ਤੋਂ ਖਤਰਨਾਕ ਸਵਾਲ ਹੈ। ਇਹੋ ਜਿਹਾ ਇੱਕ ਹੋਰ ਕੇਸ ਵੀ ਇਹਦੇ ਨਾਲ ਜੁੜਿਆ, ਜੇ ਅੱਜ ਦੀ ਘਟਨਾ ਦੀ ਗੱਲ ਮੈਂ ਕਰਾਂ ਤੇ ਉਹ ਯੂਪੀ ਦੇ ਹਾਥਰਸ ਦਾ ਕੇਸ ਹੈ। ਸੈਕਸ਼ੂਅਲ ਅਬਿਊਜ਼ ਦਾ ਇੱਕ ਕੁੜੀ ਦੇ ਇਲਜ਼ਾਮ ਲਾਇਆ ਸੀ ਬੰਦੇ ਤੇ ਹਾਲਾਂਕਿ ਪਿਛਲੇ ਸਾਲ ਤੋਂ ਆਇਆ ਹੋਇਆ ਤੇ ਜ਼ਮਾਨਤ ਤੇ ਆਇਆ ਹੋਇਆ ਉਹ ਬੰਦਾ, ਜਿਹੜਾ 2018 ਦਾ ਕੇਸ ਹੈ, 1 ਮਹੀਨੇ ਬਾਅਦ ਹੀ ਜ਼ਮਾਨਤ ਹੋ ਗਈ ਸੀ। ਤੇ ਉਦੋਂ ਬਾਅਦ ਲਗਾਤਾਰ ਚੱਲਦੇ ਉਹਦੇ ਬਾਪ ਤੇ ਦਬਾਅ ਪਾ ਰਹੇ ਸੀ ਕਿ ਇਹ ਕੇਸ ਵਾਪਸ ਲਓ ਜੀ। ਤੇ ਇਹ ਕੇਸ ਵਾਪਸ ਉਹਨਾਂ ਨੇ ਨਹੀਂ ਲੱਗਿਆ ਤੇ ਉਹਦੇ ਖੇਤ ਦੇ ਵਿੱਚ ਜਾ ਕੇ ਗੋਲੀਆਂ ਮਾਰ ਕੇ 4 ਮੁੰਡਿਆਂ ਨੇ ਉਹਦਾ ਬਾਪ ਮਾਰਤਾ। ਤੇ ਉਹ ਕੁੜੀ ਤੇ ਉਹਦੀ ਮਾਂ ਵੀ ਉਹਦੇ ਬਾਪ ਦੀ ਰੋਟੀ ਲੈ ਕੇ ਗਈ ਸੀ। ਕੁੜੀ ਦੇ ਨਾਂ ਤੇ FIR ਦਰਜ ਹੈ। ਤੇ ਉਹ ਕੁੜੀ ਦਾ ਇਹ ਕਹਿਣਾ ਮਤਲਬ ਇਹ ਸਾਡੇ ਸਰਕਾਰੀ ਤੰਤਰ ਨੇ, ਜਿਹੜੇ ਸਰਕਾਰੀ ਤੰਤਰ ਮੰਨਿਆ ਜਾ ਰਿਹਾ ਕਿ ਉਹ ਬੰਦਾ ਸਮਾਜਵਾਦੀ ਪਾਰਟੀ ਦਾ ਆਗੂ ਹੈ ਜਿਹੜਾ ਜਿਹਨੇ ਮਾਰਿਆ, ਜਿਹੜੇ ਨੇ ਮਾਰਨ ਦਾ ਦੋਸ਼ ਹੈ, ਜਿਹਦੇ ਤੇ 4 ਬੰਦੇ ਇਕੱਠੇ ਕਰਕੇ। ਉਹਦੇ ਤੋਂ ਇਹ ਲੱਗਦਾ ਕਿ ਸਾਡੀ ਸਿਆਸਤ ਦੇ ਵਿੱਚ ਕਿੰਨੇ ਅਪਰਾਧੀ ਕਿਸਮ ਦੇ ਲੋਕ ਸ਼ਾਮਲ ਹੋ ਗਏ। ਉਹ ਕਿਸੇ ਇੱਕ ਪਾਰਟੀ ਦਾ ਸਵਾਲ ਨਹੀਂ, ਵੱਖ-ਵੱਖ ਪਾਰਟੀਆਂ ਨਾਲ ਮਿਲ ਕੇ ਵੀ ਉਹ ਮਿਲਗੋਬਾ ਬਣ ਜਾਂਦਾ, ਇੱਕ ਕਲਚਰ ਬਣ ਗਿਆ, ਇੱਕ ਤੰਤਰ ਬਣ ਗਿਆ ਹੈ ਜਿਹੜਾ ਆਮ ਲੋਕਾਂ ਨੂੰ ਡਰਾਉਂਦਾ ਹੈ, ਧਮਕਾਉਂਦਾ ਹੈ, ਲੁੱਟਦਾ ਹੈ, ਉਹਦੇ ਤੇ ਮੁਕੱਦਮੇ ਝੂਠੇ ਪਾਉਂਦਾ ਹੈ। ਪਰ ਸਾਡੇ ਕਾਨੂੰਨ ਦਾ ਰਾਜ ਜਾਂ ਸੰਵਿਧਾਨ ਜਾਂ ਉਹਦੇ ਸਪੋਰਟ ਦੀ ਗੱਲ ਇਹ ਕਿਤੇ ਦਿਖਾਈ ਨਹੀਂ ਦਿੰਦੀ। ਇਹੋ ਜਿਹਾ ਇੱਕ ਜਿਹੜਾ ਵਤੀਰਾ ਵਾਪਰ ਰਿਹਾ ਤੇ ਇਹਦੇ ਲਈ ਪਬਲਿਕ ਦੀ ਜਾਗਰੂਕਤਾ, ਪਬਲਿਕ ਦਾ ਇਕੱਠੇ ਹੋਣਾ, ਪਬਲਿਕ ਨੂੰ ਸੋਝੀ ਆਉਣਾ, ਇਹ ਸਭ ਤੋਂ ਬੜਾ ਇਲਾਜ ਇੱਕ ਇਸੇ ਪਾਸੇ ਹੈ। ਔਰ ਇਹਨਾਂ ਘਟਨਾਵਾਂ ਨੂੰ ਜੇ ਜੋੜ ਕੇ ਦੇਖੋਗੇ ਤਾਂ ਇੱਕ ਪੂਰਾ ਦੇਸ਼ ਔਰ ਸੂਬਾ ਔਰ ਕੇਂਦਰ ਦੀਆਂ ਸਰਕਾਰਾਂ ਦਾ ਜਿਹੜਾ ਤੰਤਰ ਹੈ ਕਿਤੇ ਨਾ ਕਿਤੇ ਮਿਲਿਆ ਨਜ਼ਰ ਆਉਂਦਾ। ਉਹਨਾਂ ਇੱਕ ਦੂਜੇ ਨੂੰ ਸੁਰੱਖਿਆ ਦੇਣ ਵਾਲਾ ਨਜ਼ਰ ਆਉਂਦਾ। ਤੇ ਇਹ ਲੋਕਾਂ ਤੋਂ ਜਿਹੜੇ ਮੁੱਦੇ ਵੀ ਉਠਾਉਂਦੇ ਨੇ, ਬਸ ਮਾੜਾ ਮੋਟਾ ਕਦੇ ਉੱਠਦਾ ਤੇ ਉਦੋਂ ਬਾਅਦ ਫਿਰ ਬੈਠ ਜਾਂਦਾ। ਹਾਥਰਸ ਦਾ ਹੀ ਕਿੱਡਾ ਗੰਭੀਰ, ਹੋਰ 2 ਮੁੱਦੇ ਇਹ ਤੋਂ ਪਹਿਲਾਂ ਉੱਠੇ ਸੀ ਤੇ ਫਿਰ ਵੀ ਬੰਦੇ ਨੂੰ ਹਿੰਮਤ ਪੈਂਦੀ ਹੈ। ਤੇ ਜੇ ਪੁਲਿਸ ਆਪਣੇ ਤਰੀਕੇ ਨਾਲ ਕੰਮ ਕਰਦੀ ਹੁੰਦੀ ਸਰਕਾਰਾਂ ਤਾਂ ਮੁੜ ਕੇ ਇਹ ਹਿੰਮਤ ਨਾ ਪੈਂਦੀ ਸ਼ਾਇਦ ਜੀ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।